ਵਾਹਿਗੁਰੂ 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 ਵਾਹਿਗੁਰੂ। ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹਲਾ ਪੰਜਵਾ। ਘਰ ਪਹਿਲਾ ਤੇ ਤੁਕੇ, ਇਕ ਓੰਕਾਰ ਸਤਿਗੁਰ ਪ੍ਰਸਾਦ। ਕਿਸ ਹਉ ਜਾਚੀ ਕਿਸ ਆਰਾਧੀ, ਜਾਂ ਸਭ ਕੋ ਕੀਤਾ ਹੋਸੀ। ਜੋ ਜੋ ਦੀਸੈ ਵੱਡਾ ਵਡੇਰਾ, ਸੋ ਸੋ ਖਾਕੂ ਰਲਸੀ। ਨਿਰਭਉ ਨਿਰੰਕਾਰ ਭਵ ਖੰਡਨ, ਸਭ ਸੁਖ ਨਵ ਨਿਧ ਦੇਸੀ। ਕਿਸ ਹਉ ਜਾਚੀ ਕਿਸ ਆਰਾਧੀ, ਜਾਂ ਸਭ ਕੋ ਕੀਤਾ ਹੋਸੀ। ਜੋ ਜੋ ਦੀਸੈ ਵੱਡਾ ਵਡੇਰਾ, ਸੋ ਸੋ ਖਾਕੂ ਰਲਸੀ। ਨਿਰਭਉ ਨਿਰੰਕਾਰ ਭਵ ਖੰਡਨ, ਸਭ ਸੁਖ ਨਵ ਨਿਧ ਦੇਸੀ। ਹਰ ਜੀਉ ਤੇਰੀ ਦਾਤੀ ਰਾਜਾ, ਮਾਨਸ ਬਪੜਾ ਕਿਆ ਸਾਲਾਹੀ। ਕਿਆ ਤਿਸ ਕਾ ਮੋਹਤਾਜਾ, ਰਹਾਉ ਜਿਨ ਹਰ ਧਿਆਇਆ ਸਭ ਕਿਛ ਤਿਸ ਕਾ। ਤਿਸ ਕੀ ਭੂਖ ਗਵਾਈ, ਐਸਾ ਧਨ ਦਿਆ ਸੁਖ ਦਾਤੈ। ਨਿਖੁਟ ਨ ਕਬਹੀ ਜਾਈ, ਆਨੰਦ ਭਇਆ ਸੁਖ ਸਹਿਜ ਸਮਾਣੇ। ਸਤਿਗੁਰ ਮੇਲ ਮਿਲਾਈ, ਮਨ ਨਾਮ ਜਪ ਨਾਮ ਆਰਾਧ। ਅਨ ਦਿਨ ਨਾਮ ਵਖਾਣੀ, ਉਪਦੇਸ ਸੁਣ ਸਾਧ ਸੰਤਨ ਕਾ। ਸਭ ਚੂਕੀ ਕਾਣ ਜਮਾਣੀ, ਜਿਨ ਕਉ ਕਿਰਪਾਲ ਹੁਆ ਪ੍ਰਭ ਮੇਰਾ। ਸੇ ਲਾਗੇ ਗੁਰ ਕੀ ਬਾਣੀ, ਕੀਮਤ ਕੌਣ ਕਰੈ ਪ੍ਰਭ ਤੇਰੀ। ਤੂੰ ਸਰਬ ਜੀਆਂ ਦਇਆਲਾ, ਸਭ ਕਿਛ ਕੀਤਾ ਤੇਰਾ ਵਰਤੈ। ਕਿਆ ਹਮ ਬਾਲ ਗੋਪਾਲਾ, ਰਾਖ ਲੇਹੋ ਨਾਨਕ ਜਨ ਤੁਮਰਾ। ਜਿਉ ਪਿਤਾ ਪੂਤ ਕਿਰਪਾਲਾ, ਕੀਮਤ ਕੌਣ ਕਰੈ ਪ੍ਰਭ ਤੇਰੀ।
ਤੂੰ ਸਰਬ ਜੀਆਂ ਦਇਆਲਾ, ਸਭ ਕਿਛ ਕੀਤਾ ਤੇਰਾ ਵਰਤੈ, ਕਿਆ ਹਮ ਬਾਲ ਗੋਪਾਲਾ, ਰਾਖ ਲੇਹੋ ਨਾਨਕ ਜਨ ਤੁਮਰਾ, ਜਿਉ ਪਿਤਾ ਪੂਤ ਕਿਰਪਾਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਗੁਰੂ ਕੀ ਕਥਾ ਆਰੰਭ ਕਰੀਏ। ਆਸ਼ੀਸ਼ ਬਖਸ਼ੋ, ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੂਲ ਸ਼ਬਦ ਦੀ ਵਿਆਖਿਆ ਆਪ ਜੀ ਦੇ ਸਾਹਮਣੇ ਰੱਖਾਂ। ਉਸ ਤੋਂ ਪਹਿਲਾਂ ਇੱਕ ਖਿਆਲ, ਇੱਕ ਵਿਚਾਰ। ਮਨੁੱਖ ਦੇ ਕੋਲ ਜਿਹੜੀ ਭੁੱਖ ਹੈ ਔਰ ਜਿਹੜੀ ਪਿਆਸ ਹੈ, ਇਹ ਜਮਾਂਦਰੂ ਹੈ। ਬੱਚੇ ਦਾ ਜਨਮ ਹੋਇਆ, ਪਿਆਸ ਲੱਗੀ ਹੈ। ਬੱਚੇ ਦਾ ਜਨਮ ਹੋਇਆ, ਭੁੱਖ ਲੱਗੀ ਹੈ। ਮਾਂ ਕਹਿ ਦਿੰਦੀ ਹੈ ਬੱਚੇ ਨੂੰ ਭੁੱਖ ਲੱਗੀ ਹੈ। ਇਹ ਬਾਲਕ ਜਿਵੇਂ ਜਿਵੇਂ ਸਿਆਣਾ ਹੋਇਆ, ਵੱਡਾ ਹੋਇਆ, ਤੇ ਜਿਹੜੀ ਭੁੱਖ ਸੀ ਇਹ ਮੰਗ ਤੇ ਖੜੀ ਹੋ ਗਈ। ਹੁਣ ਇਸ ਨੇ ਮੰਗਣਾ ਸ਼ੁਰੂ ਕੀਤਾ, ਤੇ ਸਭ ਤੋਂ ਪਹਿਲਾਂ ਮੰਗਣਾ ਸ਼ੁਰੂ ਕੀਤਾ ਆਪਣੇ ਭਰਾ ਤੋਂ, ਆਪਣੀ ਭੈਣ ਤੋਂ, ਕਿ ਤੇਰੇ ਕੋਲ ਜੋ ਕੁਝ ਵੀ ਹੈ ਥੋੜਾ ਜਿਹਾ ਹਿੱਸਾ ਮੈਨੂੰ ਵੀ ਦੇ ਵਿੱਚ, ਮੈਂ ਵੀ ਖਾਣਾ ਹੈ। ਕਦੇ ਮਾਂ ਤੋਂ ਮੰਗਦਾ ਹੈ, ਕਦੇ ਪਿਤਾ ਤੋਂ ਮੰਗਦਾ ਹੈ, ਕਦੇ ਭੈਣ ਤੋਂ ਮੰਗਦਾ ਹੈ, ਕਦੇ ਭਰਾ ਤੋਂ ਮੰਗਦਾ ਹੈ, ਫਿਰ ਕਦੇ ਮਿੱਤਰਾਂ ਤੋਂ ਮੰਗਦਾ ਹੈ, ਕਦੇ ਪੜੋਸੀ ਤੋਂ ਮੰਗਦਾ ਹੈ। ਮੰਗਦਿਆਂ ਮੰਗਦਿਆਂ ਇੱਕ ਪੜਾਅ ਐਸਾ ਆ ਕਿ ਜਦੋਂ ਉਹਦੀ ਮੰਗ ਪੂਰੀ ਨਹੀਂ ਹੋਈ ਤੇ ਫਿਰ ਉਸਨੇ ਚੋਰੀ ਕਰਨਾ ਆਰੰਭ ਕਰ ਦਿੱਤਾ ਹੈ। ਕਿਉਂਕਿ ਮੰਗਣ ਨਾਲ ਗੱਲ ਨਹੀਂ ਬਣੀ ਤੇ ਫਿਰ ਚੋਰੀ ਹੀ ਠੀਕ ਹੈ। ਫਿਰ ਚੋਰੀ ਕਰਦਾ ਹੈ। ਚੋਰੀ ਕਰਦਿਆਂ ਕਰਦਿਆਂ ਜਦੋਂ ਉਹਦੀ ਲੋੜ ਪੂਰੀ ਨਹੀਂ ਹੋਈ ਤੇ ਫਿਰ ਉਹਦਾ ਤਲ ਕਿਧਰੇ ਹੋਰ ਵੱਡਾ ਹੋ ਜਾਂਦਾ ਹੈ, ਤੇ ਫਿਰ ਚੋਰੀ ਦੀ ਥਾਂ ਉਹ ਲੁੱਟ ਮਾਰ ਕਰਦਾ ਹੈ, ਡਕੈਤੀ ਡਲਦਾ ਹੈ, ਔਰ ਇਸ ਤਰ੍ਹਾਂ ਉਹ ਖੋਹ ਕੇ ਲਿਆਂਦਾ ਹੈ। ਔਰ ਉਸੇ ਤਰ੍ਹਾਂ ਉਹਦਾ ਸਾਰਾ ਜੀਵਨ ਤਬਾਹ ਹੋ ਜਾਂਦਾ ਹੈ ਤੇ ਆਪਣੀ ਮੰਜ਼ਿਲ ਹੀ ਭੁੱਲ ਜਾਂਦਾ ਹੈ। ਮੈਂ ਕਿਉਂ ਆਇਆ ਰੂਹੇ ਜ਼ਮੀਨ ਤੇ। ਕਿਉਂਕਿ ਅਕਸਰ ਇੱਕ ਗੱਲ ਕਰਦੇ ਸੀ ਸੰਤ ਸਿੰਘ ਜੀ ਮਸ਼ਕੀਨ ਕਿ ਧਾਰਮਿਕ ਕੌਣ ਹੈ? ਜਿਹੜਾ ਰੋਜ਼ ਪਾਠ ਕਰਦਾ ਹੈ ਉਹ ਧਾਰਮਿਕ ਹੈ? ਗੁਸਤਾਖੀ ਮਾਫ ਨਹੀਂ, ਨਹੀਂ। ਧਾਰਮਿਕ ਮਨੁੱਖ ਉਹ ਹੈ ਜਿਸ ਨੂੰ ਆਪਣੇ ਮੰਜ਼ਿਲ ਦੀ ਖਬਰ ਹੈ ਕਿ ਮੈਂ ਰੂਹੇ ਜ਼ਮੀਨ ਤੇ ਕਿਉਂ ਆਇਆ ਹਾਂ, ਇਹਦਾ ਮਕਸਦ ਕੀ ਹੈ, ਇਹਦਾ ਕਾਰਨ ਕੀ ਹੈ। ਜਿਸ ਨੂੰ ਮੰਜ਼ਿਲ ਦੀ ਸਮਝ ਹੈ ਉਹ ਮਨੁੱਖ ਧਾਰਮਿਕ ਹੈ। ਉਹ ਮਨੁੱਖ ਇੱਕ ਦਿਨ ਮੰਜ਼ਿਲ ਮਕਸੂਦ ਤੇ ਪਹੁੰਚ ਜਾਂਦਾ ਹੈ। ਲੇਕਿਨ ਮੰਗਦਿਆਂ ਮੰਗਦਿਆਂ ਫਿਰ ਚੋਰੀ ਤੇ ਪਹੁੰਚ ਜਾਂਦਾ ਹੈ। ਚੋਰੀ ਕਰਦਿਆਂ ਕਰਦਿਆਂ ਲੁੱਟ ਮਾਰ ਤੇ ਪਹੁੰਚ ਜਾਂਦਾ ਹੈ ਔਰ ਜੀਵਨ ਤਬਾਹ ਹੋ ਜਾਂਦਾ ਹੈ, ਤਬਾਹ ਹੋ ਜਾਂਦਾ ਹੈ। ਇਸ ਰੂਹੇ ਜ਼ਮੀਨ ਤੇ ਜਿਤਨੇ ਵੀ ਰਹਿਬਰ ਆਏ ਉਹਨਾਂ ਦਾ ਇੱਕੋ ਹੀ ਮੂਲ ਕਾਰਨ ਸੀ, ਇੱਕੋ ਹੀ। ਔਰ ਮੂਲ ਕਾਰਨ ਇਹ ਸੀ ਕਿ ਭਟਕਦੇ ਹੋਏ ਮਨੁੱਖ ਨੂੰ ਕਿਉਂ ਨਾ ਦਿਸ਼ਾ ਵਿਖਾਈ ਜਾਏ, ਆਪਣੇ ਮੰਜ਼ਿਲ ਤੇ ਪਹੁੰਚ ਜਾਏ
ਤੇ ਆਵਾਗਮਨ ਉਹਦਾ ਖਤਮ ਹੋ ਜਾਵੇ। ਮੂਲ ਸ਼ਬਦ ਦਾ ਪਾਠ ਆਪ ਜੀ ਨੇ ਗੁਰਮੁਖ ਪਿਆਰੇ ਰਣਜੀਤ ਸਿੰਘ ਜੀ ਦੀ ਮੁਬਾਰਕ ਰਸਨਾ ਚੋਂ ਸ਼ਰਵਨ ਕੀਤਾ। ਬਹੁਤ ਅਜੀਜ਼ ਪਿਆਰੇ, ਮਿੱਠ ਬੋਲੜੇ ਤੇ ਨਿਮਰਤਾ ਦਾ ਸੁਭਾਅ। ਗੁਰੂ ਰਹਿਮਤ ਕਰੇ 608 ਅੰਗ ਤੇ ਜੋ ਧੰਨ ਗੁਰੂ ਅਰਜਨ ਦੇਵ ਸਾਹਿਬ ਦੇ ਬੋਲ ਨੇ, ਹੁਣ ਉਹ ਲੜੀਵਾਰ ਮੈਂ ਆਪ ਜੀ ਦੇ ਸਾਹਮਣੇ ਰੱਖਾਂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਘਰ ਪਹਿਲਾ ਤੇ ਤੁਕੇ ਇਕ ਓੰਕਾਰ। ਸਤਿਗੁਰ ਪ੍ਰਸਾਦ। ਇਹ ਇਲਾਹੀ ਕਲਾਮ ਧੰਨ ਗੁਰੂ ਅਰਜਨ ਦੇਵ ਸਾਹਿਬ ਦਾ ਸੋਰਠ ਰਾਗ ਹੈ ਤੇ ਘਰ ਪਹਿਲਾ, ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ 17 ਘਰ ਤੱਕ ਦਾ ਜ਼ਿਕਰ ਕੀਤਾ ਹੈ। ਇਹ ਪ੍ਰਕਾਰ ਨੇ ਕਿ ਸੋਰਠ ਰਾਗ ਗਾਉਣਾ ਹੈ, ਪਰ ਕਿਸ ਘਰ ਵਿੱਚ ਗਾਉਣਾ ਹੈ ਤਾਂ ਸਾਹਿਬ ਹਿਦਾਇਤ ਕਰਦੇ ਨੇ ਪਹਿਲੇ ਘਰ ਵਿੱਚ ਗਾਉਣਾ ਹੈ। ਔਰ ਇਹਦੇ ਜੋ ਪਦ ਹਨ ਜਿਹਦੇ ਵਿੱਚ ਸਾਹਿਬ ਨੇ ਕਿਹਾ ਤੇ ਤੁਕੇ, ਤਿੰਨ ਤੁਕ ਦਾ ਇੱਕ ਪਦ ਹੈ। ਤੇ ਫਿਰ ਉਸ ਤੋਂ ਪਹਿਲਾਂ ਮੰਗਲਾ ਚਰਨ। ਇਸ ਨੂੰ ਥੋੜਾ ਗਹਿਰਾਈ ਨਾਲ ਸਮਝਣਾ ਕਿ ਲਿਖਾਰੀਆਂ ਦੀ ਦੁਨੀਆ ਵਿੱਚ ਇੱਕ ਆਮ ਨਿਯਮ ਹੈ ਕਿ ਕੁਝ ਲਿਖਣਾ ਹੋਵੇ ਤਾਂ ਬੰਦਨਾ ਕਰਨੀ ਪੈਂਦੀ ਹੈ। ਇਹ ਲਿਖਾਰੀ ਦੀ ਦੁਨੀਆ ਦਾ ਇੱਕ ਨਿਯਮ ਹੈ। ਪਰ ਬੰਦਨਾ ਕਿਸ ਦੀ? ਕਹਿੰਦੇ ਨੇ ਕੋਈ ਬੰਦਨਾ ਕਰਦਾ ਹੈ ਸਰਸਵਤੀ ਦੀ, ਕੋਈ ਬੰਦਨਾ ਕਰਦਾ ਹੈ ਗਣੇਸ਼ ਦੀ। ਕਾਰਨ ਕੀ ਹੈ? ਤਾਂ ਕਿਸੇ ਨੇ ਕਹਿ ਦਿੱਤਾ ਕਿ ਗਣੇਸ਼ ਜੀ ਰਿੱਧੀਆਂ ਸਿੱਧੀਆਂ ਨਿਧੀਆਂ ਦੇ ਮਾਲਕ ਨੇ ਤੇ ਸਰਸਵਤੀ ਵਿਦਿਆ ਦਾਇਤਰੀ ਹੈ। ਇਹਨਾਂ ਦਾ ਹੀ ਇਹਨਾਂ ਨੇ ਬੰਦਨਾ ਦੇ ਬੋਲ ਇਹਨਾਂ ਦੇ ਪ੍ਰਤੀ ਅਰਦਾਸ ਤੇ ਬੇਨਤੀ ਕੀਤੀ। ਰਹਿਬਰੀ ਪੁਰਸ਼ਾਂ ਦੀ ਸ਼੍ਰੰਖਲਾ ਵਿੱਚ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਆਏ, ਆਪ ਜੀ ਕਹਿਣ ਲੱਗੇ ਮਨੁੱਖ ਦੀ ਲੋੜ ਕੀ ਹੈ? ਵਿਦਿਆ ਤੇ ਰਿੱਧੀਆਂ ਸਿੱਧੀਆਂ। ਜੇ ਵਿਦਿਆ ਮਨੁੱਖ ਨੂੰ ਮਿਲ ਸਕਦੀ ਹੈ ਸਰਸਵਤੀ ਤੋਂ, ਔਰ ਰਿੱਧੀਆਂ ਸਿੱਧੀਆਂ ਮਨੁੱਖ ਨੂੰ ਮਿਲ ਸਕਦੀਆਂ ਨੇ ਗਣੇਸ਼ ਜੀ ਤੋਂ, ਤਾਂ ਫਿਰ ਪਰਮਾਤਮਾ ਦੀ ਲੋੜ ਹੀ ਕੀ ਹੈ? ਫਿਰ ਕੋਈ ਲੋੜ ਨਹੀਂ ਪਰਮਾਤਮਾ ਦੀ। ਪਰ ਇਹਨਾਂ ਨੂੰ ਕੌਣ ਦੱਸੇ ਕਿ ਰਿੱਧੀਆਂ ਸਿੱਧੀਆਂ ਦਾ ਮਾਲਿਕ ਵੀ ਪਰਮਾਤਮਾ ਹੈ ਔਰ ਵਿਦਿਆ ਦਾ ਮਾਲਿਕ ਵੀ ਪਰਮਾਤਮਾ ਹੈ। ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਮੰਗਲਾ ਚਰਨ ਸਰਸਵਤੀ ਦਾ ਨਹੀਂ ਕੀਤਾ, ਗਣੇਸ਼ ਜੀ ਦਾ ਨਹੀਂ ਕੀਤਾ, ਗੁਸਤਾਖੀ ਮਾਫ। ਗੁਰੂ ਨਾਨਕ ਨੇ ਬੰਦਨਾ ਕੀਤੀ ਨਿਰੰਕਾਰ ਦੀ, ਇੱਕ ਦੀ। ਮੰਗਲਾ ਚਰਨ ਕੀਤਾ ਇੱਕ ਦਾ, ਜੋ ਮੰਗਲਾ ਚਰਨ ਜਪ ਬਾਣੀ ਦਾ ਵੀ ਹੈ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਵੀ ਹੈ, ਜਿਸ ਨੂੰ ਆਪ ਜੀ ਮੂਲ ਮੰਤਰ ਵੀ ਕਹਿੰਦੇ ਹੋ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੋਨੀ ਸੈਭੰ ਗੁਰ ਪ੍ਰਸਾਦ। ਇਸ ਮੂਲ ਮੰਤਰ ਨੂੰ ਵੱਖਰੇ ਵੱਖਰੇ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ ਹੈ। ਤੇ ਅੱਜ ਦਾ ਜੋ ਮੂਲ ਪਾਠ ਹੈ, ਇੱਕ ਓੰਕਾਰ ਸਤਿਗੁਰ ਪ੍ਰਸਾਦ, ਥੋੜਾ ਬਰੀਕ ਬੁੱਧੀ ਨਾਲ ਸਮਝਣਾ। ਹਿੰਦੁਸਤਾਨ ਦੇ ਵਿੱਚ ਇੱਕ ਧਾਰਨਾ ਬਣੀ ਹੋਈ ਹੈ, ਵਿਸ਼ੇਸ਼ ਕਰਕੇ ਸਾਡੇ ਮੁਲਕ ਦੇ ਵਿੱਚ, ਭਾਰਤ ਵਰਸ਼ ਵਿੱਚ, ਕਿ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਬ੍ਰਹਮਾ ਹੈ,
ਸ੍ਰਿਸ਼ਟੀ ਨੂੰ ਰਿਜਕ ਦੇਣ ਵਾਲਾ ਵਿਸ਼ਨੂੰ ਜੀ ਮਹਾਰਾਜ ਔਰ ਸ੍ਰਿਸ਼ਟੀ ਨੂੰ ਤਬਾਹ ਕਰਨ ਵਾਲਾ ਸ਼ਿਵ ਜੀ ਮਹਾਰਾਜ ਸ਼ੰਕਰ ਜੀ ਨੇ। ਇਹ ਸਾਡੇ ਮੁਲਕ ਦੇ ਵਿੱਚ ਧਾਰਨਾ ਬਣੀ ਹੋਈ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਐਸਾ ਕਾਰਨ ਕੀ ਹੈ ਕਿ ਬਣਾਉਣ ਵਾਲਾ ਵੱਖਰਾ, ਮਾਰਨ ਵਾਲਾ ਵੱਖਰਾ, ਰੋਟੀ ਦੇਣ ਵਾਲਾ ਵੱਖਰਾ, ਇਹਦਾ ਕਾਰਨ ਕੀ ਹੈ? ਗੁਰੂ ਨਾਨਕ ਸਾਹਿਬ ਜੀ ਨੇ ਸਵਾਲ ਖੜਾ ਕਰਤਾ ਤੇ ਫਿਰ ਵਿਦਵਾਨ ਪੁਰਸ਼ਾਂ ਨੇ ਜਵਾਬ ਦਿੱਤਾ ਕਿ ਜੋ ਮਾਂ ਬੱਚੇ ਨੂੰ ਜਨਮ ਦੇ ਸਕਦੀ ਹੈ ਉਹ ਮਾਰ ਨਹੀਂ ਸਕਦੀ, ਉਹਦੇ ਵਿੱਚ ਮਮਤਾ ਹੈ, ਮਮਤਾ ਹੈ। ਫਿਰ ਮਾਂ ਜਨਮ ਦਿੰਦੀ ਹੈ, ਮਾਂ ਮਾਰ ਨਹੀਂ ਸਕਦੀ, ਫਿਰ ਮਾਰਨ ਵਾਲਾ ਕੋਈ ਹੋਰ ਚਾਹੀਦਾ ਹੈ, ਦੂਜਾ, ਤੀਜਾ, ਚੌਥਾ, ਪੰਜਵਾਂ। ਤੇ ਜਿਸ ਨੇ ਸ੍ਰਿਸ਼ਟੀ ਬਣਾਈ ਹੈ ਉਹ ਫਿਰ ਸ੍ਰਿਸ਼ਟੀ ਨੂੰ ਮਾਰਦਾ ਨਹੀਂ ਹੈ, ਮਾਰਨ ਵਾਲਾ ਦੇਵਤਾ ਦੂਜਾ ਹੈ, ਰਿਜਕ ਦੇਣ ਵਾਲਾ ਦੇਵਤਾ ਦੂਜਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ, ਨਹੀਂ, ਐਸਾ ਨਹੀਂ। ਇੱਕ ਹੀ ਜਨਮਦਾਤਾ ਹੈ, ਇੱਕ ਹੀ ਪ੍ਰਲਯ ਦਾਤਾ ਹੈ ਔਰ ਇੱਕ ਹੀ ਮਿਟਾਉਣ ਵਾਲਾ ਹੈ। ਇੱਕ ਤੋਂ ਹੀ ਸਭ ਕੁਝ ਬਣ ਰਿਹਾ ਹੈ, ਇੱਕ ਤੋਂ ਹੀ ਸਭ ਕੁਝ ਮਿਟ ਰਿਹਾ ਹੈ ਔਰ ਇੱਕ ਹੀ ਹਰ ਇੱਕ ਨੂੰ ਰੋਜ਼ੀ ਦੇ ਰਿਹਾ ਹੈ, ਹਰ ਇੱਕ ਨੂੰ। ਤਾਂ ਇੱਕ ਵਿਦਵਾਨ ਪੁਰਸ਼ ਦੇ ਬੋਲ ਹਨ, ਆਕਾਰ, ਉਕਾਰ, ਮਕਾਰ। ਇਹ ਜੋ ਓੰਕਾਰ ਹੈ ਇਹਦੇ ਵਿੱਚ 3 ਅੱਖਰ ਨੇ। ਮੈਂ ਫਿਰ ਅਰਜ਼ ਕਰਾਂ, ਧਿਆਨ ਦੇ ਨਾਲ ਸੁਣਨਾ, ਕਿਉਂਕਿ ਕਥਾ ਧਿਆਨ ਮੰਗਦੀ ਹੈ। ਜੇ ਧਿਆਨ ਨਹੀਂ ਹੈ ਸੁਣ ਕੇ ਵੀ ਨਹੀਂ ਸੁਣ ਪਾਏ। ਇਹ 3 ਅੱਖਰਾਂ ਦਾ ਜੋੜ ਹੈ, ਆਕਾਰ, ਉਕਾਰ, ਮਕਾਰ। ਉਹ ਸ਼ਕਤੀ ਜੋ ਆਕਾਰ ਦੇ ਰਹੀ ਹੈ, ਉਹ ਸ਼ਕਤੀ ਜੋ ਉਪਜੀਵਿਕਾ ਦੇ ਰਹੀ ਹੈ, ਉਹ ਸ਼ਕਤੀ ਜੋ ਮਿਟਾ ਰਹੀ ਹੈ, ਉਸ ਨੂੰ ਕਹਿੰਦੇ ਨੇ ਮਕਾਰ। ਆਕਾਰ, ਉਕਾਰ, ਮਕਾਰ, अर्ध बिंद फुन जान, तीनों के समुदाय से ओंकार पछान। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਓੰਕਾਰ ਤੋਂ ਪਹਿਲਾਂ ਏਕਾ ਰੱਖ ਦਿੱਤਾ ਕਿ ਇੱਕ ਤੋਂ ਹੀ ਜਨਮ, ਇੱਕ ਤੋਂ ਹੀ ਮਰਨ, ਇੱਕ ਤੋਂ ਹੀ ਰੋਜੀ, ਇੱਕ ਦੀ ਹੀ ਸਭ ਖੇਡ ਹੈ, ਇੱਕ ਦੀ। ਏਕ ਹੈ ਅਨੇਕ ਹੈ, अनेक हैं फिर एक हैं, खेल खेल अखेल खेलन, अंत को फिर एक। ਹੁਣ ਉਹ ਇੱਕ ਕਿਸ ਤਰ੍ਹਾਂ ਪ੍ਰਾਪਤ ਹੋਵੇ, ਉਹਦੇ ਨਾਲ ਮਿਲਨ ਕਿਵੇਂ ਹੋਵੇ? ਤਾਂ ਸਾਹਿਬ ਕਹਿੰਦੇ ਨੇ ਗੁਰੂ ਪ੍ਰਸਾਦ, ਗੁਰੂ ਦੀ ਕਿਰਪਾ। ਤੇ ਕਈ ਵਾਰੀ ਮੈਂ ਅਰਜ਼ ਕਰਨਾ, ਧਨ ਮਿਲਦਾ ਹੈ ਪ੍ਰਯਾਸ ਨਾਲ, ਪਰ ਧਰਮ ਮਿਲਦਾ ਹੈ ਪ੍ਰਸਾਦ ਨਾਲ। ਦੁਨੀਆ ਦੇ तमाम ਪਦਾਰਥ ਇਕੱਠੇ ਆਉਂਦੇ ਹਨ ਪ੍ਰਯਾਸ ਨਾਲ, ਪਰ ਪਰਮਾਤਮਾ ਮਿਲਦਾ ਹੈ ਪ੍ਰਸਾਦ ਨਾਲ, ਕਿਰਪਾ ਨਾਲ। ਬਹੁਤ ਸੁੰਦਰ ਮਕਾਨ ਬਣਾਇਆ, ਬਹੁਤ ਸੁੰਦਰ ਪ੍ਰਯਾਸ ਨਾਲ, ਪਰ ਹਿਰਦੇ ਵਿੱਚ ਮੰਦਰ ਬਣ ਜਾਵੇ, ਉਹ ਪ੍ਰਯਾਸ ਨਾਲ ਬਣਦਾ ਹੈ, ਉਹ ਪ੍ਰਸਾਦ ਨਾਲ ਬਣਦਾ ਹੈ, ਗੁਰੂ ਦੀ ਰਹਿਮਤ ਨਾਲ ਉਹ ਮੰਦਰ ਬਣਦਾ ਹੈ। ਤਾਂ ਮੈਂ ਅਰਜ਼ ਕਰ ਰਿਹਾ ਸੀ, ਮਨੁੱਖ ਦੀ ਫਿਤਰਤ ਹੈ ਮੰਗਣ ਦੀ। ਜੇ ਮੰਗਣ ਨਾਲ ਮੰਗ ਪੂਰੀ ਨਹੀਂ ਹੋਈ, ਚੋਰੀ ਕੀਤੀ, ਤੇ ਫਿਰ ਚੋਰੀ ਕਰਨ ਦੇ ਨਾਲ ਗੱਲ ਨਹੀਂ ਬਣੀ, ਜੀਵਨ ਹੋਰ ਤਬਾਹ ਹੁੰਦਾ ਗਿਆ, ਬਰਬਾਦ ਹੁੰਦਾ ਗਿਆ। ਤਾਂ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਇਸ ਪਾਵਨ ਬੋਲ ਦੇ ਵਿੱਚ ਜਗਤ ਨੂੰ ਉਪਦੇਸ਼ ਕਰਦੇ ਹਨ। ਕਿਸ ਹਉ ਜਾਚੀ ਕਿਸ ਆਰਾਧੀ, ਜਾਂ ਸਭ ਕੋ ਕੀਤਾ ਹੋਸੀ, ਜੋ ਜੋ ਦੀਸੈ ਵੱਡਾ ਵਡੇਰਾ, ਸੋ ਸੋ ਖਾਕੂ ਰਲਸੀ। ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਨੇ, ਮੈਨੂੰ ਇੱਕ ਗੱਲ ਦੱਸੋ, ਜਿਹੜੀ ਮੰਗਣ ਦੀ ਜਿਹੜੀ ਮੂਲ ਕਮਜ਼ੋਰੀ ਹੈ, ਮੰਗਦਾ ਹੈ, ਪਰ ਮਨੁੱਖ ਮੰਗਦਾ ਕਿਸ ਤੋਂ ਹੈ? ਮਨੁੱਖ ਮੰਗਦਾ ਹੈ ਕਿਰਤ ਤੋਂ, ਕਰਤੇ ਤੋਂ ਨਹੀਂ ਮੰਗਦਾ, ਕਿਰਤ ਤੋਂ ਮੰਗਦਾ ਹੈ। ਇਹ ਜਿਤਨੀ ਵੀ ਮਖਲੂਕ ਹੈ, ਜਿਤਨੀ ਵੀ ਕੁਦਰਤ ਹੈ, ਇਹ ਕਰਤੇ ਦੀ ਬਣਾਈ ਹੋਈ ਹੈ। ਤੇ ਮੈਂ ਅਰਜ਼ ਕਰਾਂ, ਕਰਤਾ ਵੱਡਾ ਹੈ ਜਾਂ ਕਰਤੇ ਦੀ ਕਿਰਤ ਵੱਡੀ ਹੈ?
ਆਪ ਜੀ ਨੇ ਕਹਿਣਾ ਗਿਆਨੀ ਜੀ ਕਰਤਾ ਵੱਡਾ ਹੈ, ਕਿਰਤ ਵੱਡੀ ਨਹੀਂ ਹੈ, ਕਰਤਾ ਵੱਡਾ ਹੈ। ਮੂਰਤੀ ਕਿਤਨੀ ਵੀ ਸੁੰਦਰ ਹੋਵੇ, ਮੂਰਤੀਕਾਰ ਤੋਂ ਵੱਡੀ ਨਹੀਂ ਹੋ ਸਕਦੀ। ਕਵਿਤਾ ਕਿਤਨੀ ਵੀ ਗਹਿਰੀ ਹੋਵੇ, ਕਵੀ ਤੋਂ ਵੱਡੀ ਨਹੀਂ ਹੋ ਸਕਦੀ, ਨਹੀਂ ਹੋ ਸਕਦੀ। ਪਾਂਡੇ ਕਿਤਨੇ ਵੀ ਸੁੰਦਰ ਹੋਣ, ਪਰ ਠਠਿਆਰ ਤੋਂ ਵੱਡੇ ਖੂਬਸੂਰਤ ਸੂਝਵਾਨ ਨਹੀਂ ਹੋ ਸਕਦੇ। ਸ੍ਰਿਸ਼ਟੀ ਕਿਤਨੀ ਵੀ ਸਿਆਣੀ ਹੋਵੇ, ਪਰ ਕਰਤੇ ਤੋਂ ਸਿਆਣੀ ਨਹੀਂ ਹੋ ਸਕਦੀ। ਕਰਤਾ ਸਿਆਣਾ ਹੈ। ਤੋ ਸਾਹਿਬ ਕਹਿੰਦੇ ਨੇ, ਕਿਸ ਹਉ ਜਾਚੀ ਕਿਸ ਆਰਾਧੀ, ਜਾਂ ਸਭ ਕੁਛ ਕੀਤਾ ਹੋਸੀ। ਮੈਂ ਕਿਸ ਦੇ ਅੱਗੇ ਜਾਚਨਾ ਕਰਾਂ, ਮੈਂ ਕਿਸ ਦੇ ਅੱਗੇ ਆਰਾਧਨਾ ਕਰਾਂ, ਜਦੋਂ ਸਭ ਕੁਛ ਰੱਬ ਨੇ ਬਣਾਇਆ ਹੈ, ਰੱਬ ਨੇ ਬਣਾਇਆ। ਕਿਉਂਕਿ ਆਪ ਜੀ ਕਿਸੇ ਮਨੁੱਖ ਤੋਂ ਮੰਗਦੇ ਹੋ, ਆਪਣੇ ਦੁੱਖੜੇ ਮਨੁੱਖ ਦੇ ਸਾਹਮਣੇ ਖੋਲ੍ਹਦੇ ਹੋ, ਮਨੁੱਖ ਆਪਣੇ ਦੁੱਖ ਆਪ ਜੀ ਦੇ ਸਾਹਮਣੇ ਖੋਲ੍ਹ ਦਿੰਦਾ ਹੈ। ਕਹਿੰਦੇ ਨੇ ਤੂੰ ਉਸ ਤੋਂ ਮੰਗ ਜੋ ਕਿਸੇ ਤੋਂ ਵੀ ਨਹੀਂ ਮੰਗਦਾ। ਤੂੰ ਆਪਣਾ ਦੁੱਖੜਾ ਉਸ ਨੂੰ ਸੁਣਾ ਜਿਹਦੇ ਜੀਵਨ ਵਿੱਚ ਕੋਈ ਦੁੱਖੜਾ ਨਹੀਂ ਹੈ। ਬਾਕੀ ਤਾਂ ਜਿਤਨੇ ਵੀ ਨੇ, ਜੋ ਜੋ ਦੀਸੇ ਵੱਡਾ ਵਡੇਰਾ, ਸੋ ਸੋ ਖਾਕੂ ਰਲ ਸੀ। ਜਿਤਨੇ ਵੀ ਵੱਡੇ ਵੱਡੇ ਨੇ, ਅਖੀਰ ਦੇ ਵਿੱਚ ਮਿੱਟੀ ਦੇ ਵਿੱਚ ਮਿਲ ਜਾਂਦੇ ਨੇ, ਖੇ ਹੋ ਜਾਂਦੇ ਨੇ। ਮੈਨੂੰ ਇੱਕ ਗੱਲ ਯਾਦ ਹੈ, ਪੱਛਮ ਦਾ ਵਿਚਾਰਕ ਹੋਇਆ, ਉਹ ਜਦੋਂ ਸ਼ਮਸ਼ਾਨ ਘਾਟ ਤੋਂ ਲੰਘ ਰਿਹਾ ਸੀ ਤੇ ਉਹਨੂੰ ਠੋਕਰ ਲੱਗਦੀ ਹੈ। ਜਦੋਂ ਉਹ ਦੇਖਦਾ ਹੈ ਕਿ ਸਾਹਮਣੇ ਤਾਂ ਕਿਸੇ ਮਨੁੱਖ ਦੀ ਖੋਪੜੀ ਪਈ ਹੋਈ ਹੈ, ਖੋਪੜੀ, ਔਰ ਸ਼ਮਸ਼ਾਨ ਘਾਟ 'ਤੇ ਲਿਖਿਆ ਸੀ ਇਹ ਕੋਈ ਛੋਟੇ ਮੋਟੇ ਲੋਕਾਂ ਦਾ ਸ਼ਮਸ਼ਾਨ ਘਾਟ ਨਹੀਂ, ਇੱਥੇ ਵੱਡੇ ਵੱਡੇ ਬੰਦੇ ਦਫਨਾਏ ਜਾਂਦੇ ਨੇ, ਵੱਡੇ ਵੱਡੇ। ਤੇ ਉਹ ਫਕੀਰ ਕਹਿੰਦਾ ਹੈ, ਜੇ ਵੱਡੇ ਵੱਡੇ ਬੰਦੇ ਦਫਨਾਏ ਜਾਂਦੇ ਨੇ ਤੇ ਜ਼ਰੂਰ ਇਹ ਖੋਪੜੀ ਕਿਸੇ ਵੱਡੇ ਬੰਦੇ ਦੀ ਰਹੀ ਹੋਵੇਗੀ, ਜ਼ਰੂਰ। ਔਰ ਅੱਜ ਉਹੀ ਖੋਪੜੀ ਠੋਕਰਾਂ ਖਾ ਰਹੀ ਹੈ, ਜਿਹੜੀ ਖੋਪੜੀ ਕਦੇ ਲੋਕਾਂ ਨੂੰ ਕਹਿੰਦੀ ਸੀ ਤੁਸੀਂ ਮੈਨੂੰ ਮੱਥਾ ਟੇਕੋ, ਤੁਸੀਂ ਮੇਰੇ ਪੈਰਾਂ 'ਤੇ ਸਜਦਾ ਕਰੋ, ਅੱਜ ਉਹ ਖੋਪੜੀ ਠੋਕਰਾਂ ਖਾ ਰਹੀ ਹੈ। ਤਾਂ ਕਹਿੰਦੇ ਨੇ ਉਸ ਫਕੀਰ ਨੇ ਖੋਪੜੀ ਆਪਣੇ ਕੋਲ ਹੀ ਰੱਖ ਲਈ, ਇਸ ਕਰਕੇ ਕਿ ਆਪਣੇ ਮਨ ਨੂੰ ਹਰ ਵੇਲੇ ਸੁਚੇਤ ਕਰਦੇ ਰਹੀਏ ਕਿ ਐ ਪੁਰਖਾ ਜੋ ਜੋ ਦੀਸੈ ਵੱਡਾ ਵਡੇਰਾ, ਸੋ ਸੋ ਖਾਕੂ ਰਲ ਸੀ। ਨਿਰਭਉ ਨਿਰੰਕਾਰ ਭਵ ਖੰਡਨ, ਸਭ ਸੁਖ ਨਵ ਨਿਧ ਦੇਸੀ। ਸਾਹਿਬ ਕਹਿੰਦੇ ਨੇ ਉਹ ਜੋ ਪ੍ਰਭੂ ਹੈ ਨਿਰਭਉ ਹੈ, ਨਿਰਵੈਰ ਵੀ ਹੈ। ਆਲਮਾਂ ਦਾ ਕਹਿਣਾ ਹੈ ਕਿ ਮਨੁੱਖ ਦੇ ਜੀਵਨ ਵਿੱਚ ਜੇ ਡਰ ਹੈ ਤਾਂ ਆਪਣੇ ਤੋਂ ਵੱਡੇ ਦਾ, ਔਰ ਜੇ ਕਿਧਰੇ ਵੈਰ ਹੈ ਕਿਸੇ ਦੇ ਨਾਲ ਤੇ ਗੁਸਤਾਖੀ ਮਾਫ ਸ਼ਰੀਕਾਂ ਦਾ। ਆਪਣੇ ਤੋਂ ਛੋਟੇ ਦਾ ਡਰ ਨਹੀਂ ਹੁੰਦਾ, ਪਰ ਡਰ ਹੁੰਦਾ ਹੈ ਆਪਣੇ ਤੋਂ ਵੱਡੇ ਦਾ, ਵੈਰ ਸ਼ਰੀਕਾਂ ਦਾ। ਗੁਰੂ ਪਾਤਸ਼ਾਹ ਕਹਿੰਦੇ ਨੇ, ਐ ਪੁਰਖਾ ਨਿਰਭਉ ਨੂੰ ਜਪਦੀਆਂ ਜਪਦੀਆਂ ਤੂੰ ਵੀ ਨਿਰਭਉ ਹੋ ਜਾ, ਨਿਰਵੈਰ ਨੂੰ ਜਪਦੀਆਂ ਜਪਦੀਆਂ ਤੂੰ ਵੀ ਨਿਰਵੈਰ ਹੋ ਜਾ। ਤਾਂ ਕਰਕੇ ਉਹ ਪਰਮਾਤਮਾ ਜਿਹਦੇ ਘਰ ਦੇ ਵਿੱਚ ਸਾਰੇ ਸੁੱਖ ਨੇ, ਨਿਧੀਆਂ ਸਿੱਧੀਆਂ, ਉਹ ਤੇਰੀ ਝੋਲੀ ਦੇ ਵਿੱਚ ਪੈਣਗੀਆਂ। ਤਾਂ ਉਹਦੀ ਇਬਾਦਤ ਕਰ। ਫਿਰ ਰਾਹੋ ਦੀ ਪੰਕਤੀ ਵਿੱਚ ਗੁਰੂ ਪਾਤਸ਼ਾਹ ਜੀ ਬਖਸ਼ਿਸ਼ਾਂ ਕਰਦੇ ਹਨ ਜੀ। ਹਰ ਜੀਓ ਤੇਰੀ ਦਾਤੀ ਰਾਜਾ, ਮਾਨਸ ਬਪੜਾ ਕਿਆ ਸਾਲਾਹੀ, ਕਿਆ ਤਿਸ ਕਾ ਮੋਹਤਾਜਾ। ਗੁਰੂ ਸਾਹਿਬ ਮਹਾਰਾਜ ਦੇ ਬੋਲ ਨੇ ਕਿ ਇੱਕ ਮਨੁੱਖ ਨੂੰ ਕਿਤਨਾ ਕੁਝ ਦੇ ਸਕਦਾ ਹੈ। ਇੱਕ ਦਿਨ ਕੁਝ ਦਵੇਗਾ, ਦੂਜੇ ਦਿਨ ਦਵੇਗਾ, ਤੇ ਗੁਸਤਾਖੀ ਮਾਫ ਤੀਜੇ ਦਿਨ ਤਾਂ ਉਸਨੇ ਕਹਿ ਹੀ ਦੇਣਾ ਹੈ ਕਿ ਮੈਂ ਸਾਰੀ ਜ਼ਿੰਦਗੀ ਦਾ ਠੇਕਾ ਨਹੀਂ ਲਿਆ ਹੈ। ਔਰ ਜੇ ਕਿਧਰੇ ਉਸਨੇ ਮਦਦ ਕੀਤੀ ਵੀ ਹੈ ਤੇ ਥਾਂ ਥਾਂ ਤੇ ਉਹਦਾ ਇਜ਼ਹਾਰ ਕਰਦਾ ਹੈ, ਇਜ਼ਹਾਰ ਕਰਦਾ ਹੈ। ਤੇਰੀ ਬੇਟੀ ਦਾ ਕਾਰਜ ਸੀ, ਮਦਦ ਮੈਂ ਨਾ ਕਰਦਾ ਤੇ ਤੇਰਾ ਉਹ ਸਮਾਂ ਔਖਾ ਹੋ ਜਾਣਾ ਸੀ। ਤੇਰੇ ਪੁੱਤਰ ਦਾ ਵਿਆਹ ਸੀ, ਜੇ ਕਿਧਰੇ ਮੈਂ ਮਦਦਗਾਰ ਨਾ ਹੁੰਦਾ ਤੇਰੇ ਪੁੱਤਰ ਦਾ ਵਿਆਹ ਕਿਵੇਂ ਆਉਂਦਾ। ਤੇਰੇ ਜੀਵਨ ਵਿੱਚ ਬਹੁਤ ਵੱਡੇ ਦੁੱਖ ਆਏ, ਬਹੁਤ ਵੱਡੇ, ਮਦਦਗਾਰ ਮੈਂ ਨਾ ਹੁੰਦਾ
ਤਾਂ ਤੇਰਾ ਕਾਰਜ ਕਿਵੇਂ ਹੋਣਾ ਸੀ। ਮਨੁੱਖ ਥਾਂ ਥਾਂ ਤੇ ਕਹਿੰਦਾ ਹੈ, ਹਰ ਥਾਂ ਤੇ ਕਹਿੰਦਾ ਹੈ, ਹਰ ਵਕਤ ਕਹਿੰਦਾ ਹੈ। ਪਰ ਇੱਕ ਪ੍ਰਭੂ ਦੀ ਸ਼ਰਨ ਵਿੱਚ ਆਪ ਜੀ ਬੈਠੇ ਹੋ, ਕਹਿੰਦੇ ਨੇ ਸਾਰੀ ਜ਼ਿੰਦਗੀ ਦਿੰਦਾ ਹੀ ਰਹਿੰਦਾ ਹੈ, ਸਾਰੀ ਜ਼ਿੰਦਗੀ ਦੇਂਦਾ ਦੇ ਲੈਂਦੇ ਥਕ ਪਾਏ, ਜੁਗਾ ਜੁਗੰਤਰ ਖਾਈ ਖਾਏ। ਸਾਰੀ ਜ਼ਿੰਦਗੀ ਦਿੰਦਾ ਹੀ ਰਹਿੰਦਾ ਹੈ, ਪਰ ਸਾਹਿਬ ਕਹਿੰਦੇ ਨੇ ਵੱਡਾ ਦਾਤਾ ਤਿਲ ਨਾ ਤਮਾਏ। ਇੰਨਾ ਵੱਡਾ ਦਾਤਾ ਸਭ ਕੁਝ ਦੇ ਕੇ ਤੇ ਤਿਲ 'ਚ ਇਤਨੀ ਤਮਾ ਨਹੀਂ ਰੱਖਦਾ, ਤਿਲ 'ਚ ਇਤਨੀ ਮੰਗ ਨਹੀਂ ਰੱਖਦਾ ਕਿ ਮੈਂ ਤੈਨੂੰ ਕੁਝ ਦਿੱਤਾ ਹੈ ਤੇ ਤੂੰ ਵੀ ਮੈਨੂੰ ਦੇ। ਨਹੀਂ, ਹੁਣ ਐਸੇ ਪ੍ਰਭੂ ਨੂੰ ਛੱਡ ਕੇ ਹੁਣ ਇੱਕ ਮਾਨਸ ਦੇ ਸਾਹਮਣੇ ਕੀ ਅਰਜ਼ੋਈ ਕਰੀਏ। ਮੌਤਾ ਜੀ ਕੀ ਕੱਢੀ ਉਹਦੀ ਮਾਨਸ ਦੀ। ਮੈਂ ਇਸ ਮਾਨਸ ਸ਼ਬਦ ਦਾ ਅਰਥ ਦੇਖ ਰਿਹਾ ਸੀ ਤੇ ਇਹਦੀ ਜੇ ਕਿਧਰੇ ਸੰਧੀ ਵਿਛੇਦ ਕਰੀਏ ਤਾਂ ਕਹਿੰਦੇ ਨੇ ਮਾਂ ਜੋ ਅਹੰਕਾਰ ਦੇ ਨਾਲ ਭਰਿਆ ਹੋਇਆ ਹੈ, ਮਾਨਸ ਅਹੰਕਾਰ ਨਾਲ ਭਰਿਆ ਹੋਇਆ। ਤੇ ਬੁਲੇ ਸ਼ਾਹ ਦਾ ਇੱਕ ਕਲਾਮ ਮੈਨੂੰ ਚੇਤੇ ਆ ਗਿਆ। ਬੁਲੇ ਸ਼ਾਹ ਕਹਿੰਦਾ ਹੈ ਕਿ ਮੱਕੇ ਗਿਆ ਗੱਲ ਨਹੀਂਓ ਬਣਦੀ, ਭਾਵੇਂ 100 ਜੁਮੇ ਪੜ੍ਹ ਆਈਏ। ਧਿਆਨ ਦੇ ਨਾਲ ਸੁਣਨਾ। ਮੱਕੇ ਗਿਆ ਗੱਲ ਨਹੀਂਓ ਬਣਦੀ, ਭਾਵੇਂ 100 ਜੁਮੇ ਪੜ੍ਹ ਆਈਏ। ਗੰਗਾ ਗਿਆ ਗੱਲ ਨਹੀਂ ਬਣਦੀ, ਭਾਵੇਂ 100 ਗੋਤੇ ਖਾ ਆਈਏ। ਗਿਆ ਗਿਆ ਗੱਲ ਨਹੀਂਓ ਬਣਦੀ, ਭਾਵੇਂ 100 ਪੰਡ ਪੜਾ ਆਈਏ। ਬੁਲੇ ਸ਼ਾਹ ਗੱਲ ਤਾਈਓ ਮੁੱਕਦੀ, ਜਦੋਂ ਮਨ ਵਿੱਚੋਂ ਮੈਂ ਨੂੰ ਮਿਟਾ ਆਈਏ। ਬਸ ਇਤਨੇ ਜੀ ਗੱਲ ਹੈ। ਜੇ ਅੰਦਰ ਮੈਂ ਮਿਟ ਗਿਆ, क्योंकि ना था कुछ तो खुदा था, कुछ ना होता तो खुदा होता। डुबोया मुझको होने ने, ना होता मैं तो क्या होता। मानस कहते ने तू गुरु दे कोल जा, किसी मनुख दी मोहताजी ना कढ़, तू गुरु दे चरनां विच जाके अरदास कर। इस तरह अरदास कर, गुरु साहिब उपदेश करते हैं। रहाऊ जिन हर त्याया, सब किश तिस का, तिस की भूख गवाई। ऐसा धन दिया सुख दातै, निखुट न कब ही जाई। साहिब कहते ने जिन हर ध्याया, जिन्हां ने हरि नूं ध्या लिया। जपना होर गल है, ध्याना होर गल है। भोजन बनाना होर गल है, भोजन नूं छकना होर गल है। मैं आप जी नूं अर्ज करा, भोजन तां तैयार कीता, पर भोजन नूं छकिया ही नहीं, मनुख दी भुख नहीं मिटेगी। मनुख दी भुख नहीं मिटी क्योंकि भोजन ही नहीं खाया। और भोजन इस करके नहीं खाया कि भोजन बनिया ही नहीं सी। तो आलमा का कहना है कि रसना दे नाल जपना वाहिगुरु वाहिगुरु, रसना दे नाल वाहिगुरु की धुन अलापनी और कन्ना दे नाल इसनूं सुनना। ये इवें ही है जिवें रसना दे नाल तां भोजन तैयार किया और कन्ना दे राही ये भजन रूपी भोजन छक लिया। तो गुरमुख प्यारे कहते हैं कि पाठ भी करना होवे तो रसना बोलदी होवे और कन्न सुनदे होण। सिमरन भी कीता जावे, रसना बोलदी होवे और कन्न सुनदे होण। कहते ने प्रभु ने उसनों सब कुछ दे दिता, सब कुछ दे दिता। की कुछ दिता? कहते ने ऐसा धन उसनों दे दिता कि कदे वो खुटदा ही नहीं है, खुटदा ही नहीं है। सारी भुख भी मिट गई और जीवन दे विच वो धन कदे खत्म भी नहीं होता। क्योंकि जे गौर मुताला करिए तो साडे कोल जिहड़ा धन है वो वंडिया जा सकता है, वो खोया जा सकता है, लुटिया जा सकता है, पानी विच डुब सकता है। पर इको एक धन ऐसा है जो ना कदे डुबदा है, ना कदे उसनूं चोर चुरा सकता है। पर वो धन किहदे कोल है, वो नाम किहदे कोल है, ਉਹਦੇ ਬਾਰੇ ਸਾਹਿਬ ਜੀ ਪਾਵਨ ਬੋਲ ਦੇ ਵਿੱਚ ਉਪਦੇਸ਼ ਕਰਦੇ ਹਨ ਜੀ। ਆਨੰਦ ਭਇਆ ਸੁਖ ਸਹਿਜ ਸੁਮਾਣੇ, ਸਤਿਗੁਰ ਮੇਲ ਮਿਲਾਈ। ਸਾਹਿਬ ਕਹਿੰਦੇ ਨੇ
कि जे अनदिन नाम जपदा रवें तो तेरे जीवन दे विच आनंद भया सुख सहज समाए। आनंद भया, कई दफ़ा असीं सुख नूं आनंद समझ लैंदे हां, पर गुस्ताखी माफ, सुख वखरे हन, आनंद वखरा है। जीवन दे विच सुख आउंदे ने, समा पा के चले जाते हैं। जीवन दे विच दुख भी आउंदे ने, दुख भी चले जाते हैं। मैनूं एक छोटा जिहा उदाहरण चेते आ गया मौके ते। बादशाह कहंदा है एक संत नूं, मैनूं एक ऐसी पंक्ति लिख के दवो जिहदे नाल वो पंक्ति दुख विच भी काम आवे ते सुख विच भी काम आवे। ते संत पुरुष कहंदा है चंगा, ये मैं पंक्ति तैनूं लिख के देना, पर ये पंक्ति उदों खोलना उदों पढ़ना जदों जीवन दे विच अत दा दुख आ जाए, अत दा दुख। और जां फिर जीवन दे विच अपार सुख आ जाण, जां फिर ये पंक्ति उदों पढ़ना जदों जीवन विच बहुत सुख आ जाण। ते मालिक दी की खेड होई, एक बार ऐसा दुख आया, ऐसा दुख आया ते ये राजा विचलित हो जाता है। कहंदा हुण मैं की करा। हुण फकीर ने संत ने जिहड़ी वो पर्ची दित्ती सी लिख के, जरा मैं ये खोल के देखा। जदों वो पर्ची खोल के देखदा है, उत्थे लिखिया है ये भी बीत जाएगा। ध्यान दे नाल सुनना, ये तेरे जीवन दे विच जिहड़ा दुख आया है, ये दुख अज नहीं तो कल खत्म हो जाएगा। तू परवाह ना करी, तू गुरु तो बेमुख ना होई। वाकई कुछ दिन बाद वो दुख भी खत्म हो जाता है, फिर सुखां दा प्रवाह आंदा है जीवन विच, फिर अत दे सुख आंदे ने। ते फिर फकीर की गल याद आ गई, पर्ची खोल के देख लेना, जे अत दे सुख होण तां भी पर्ची खोल के देखना। हुण वो पर्ची खोल के देखदा है ये भी बीत जाणगे। जदों दुख निकल गए ने, ये सुख भी खत्म हो जाणगे। ते ये गल चेते रखना कि दुख दे विच विचलित ना हो जाना, ते सुखां दे विच अहंकारी ना बन जाना, गुरु दा पल्ला ना छड्ड देना। तो साहिब कहंदे ने कि आनंद भया सुख सहज समाए। कहंदे ने सतगुर मेल मिलाई, सतगुरु ने ही मिलन कराया, सतगुरु ने ही उपदेश किया, जिहदे नाल जीवन विच ऐसा आनंद आया कि सदैव खिड़ाऊ की अवस्था विच रहिंदा है। 24 घंटे खिड़ाऊ की अवस्था है जी। मन नाम जप नाम आराध, आन दिन नाम वखाणी, उपदेश सुण साध संतन का, सब चूकी कान जमाणी। धार्मिक दुनिया दे विच एक सवाल बहुत प्रचलित है। किहड़ा सवाल? अक्सर ये सवाल पुछदे ने, नाम किवें जपीए, नाम की है, नाम जपीए किवें। तो फिर किसी ने कुछ कहना है कि नाम 2.5 अखर का है, गुस्ताखी माफ। किसी ने कहना नाम 5 शब्दों का है, किसी ने कुछ कहना, किसी ने कुछ कहना। जे धन गुरु ग्रंथ साहिब की गल करिए, जो कि जोत रूप है, धन गुरु ग्रंथ साहिब नूं सवाल करिए नाम की है, तो जितनी दफ़ा नाम का जिक्र आया है गुरु ग्रंथ साहिब दे विच, वो इशारा है एक ओंकार वल। एक है नाम ओदा है, फिर ओदे नाम अनेक ने, अनेक ने। हुण सवाल ये है नाम जपीए किवें। तो कई बारी मैं अर्ज करना कि मनुख नूं जदों भुख लगी होवे, रोम रोम दे विचों आवाज़ निकलदी है, रोटी चाहिदी है, भोजन चाहिदा है। मनुख नूं प्यास लगी होवे, रोम रोम दे विचों आवाज़ निकलदी है, पानी चाहिदा है, पानी चाहिदा है। फिर भुखे दे सामने रोटी रख दईए तो गुस्ताखी माफ, किधरे पुछेगा नहीं किसी नूं कि मैं हुण किस तरह खावां रोटी, कदे नहीं पुछदा। भुख लगी है, पानी दी प्यास लगी होवे, पानी सामने पिया होवे,
ਕਦੇ ਕਿਸੇ ਨੂੰ ਪੁੱਛੇਗਾ ਨਹੀਂ ਮੈਨੂੰ ਦੱਸੋ ਮੈਂ ਪਾਣੀ ਕਿਵੇਂ ਪੀਵਾਂ। ਪਿਆਸ ਲੱਗੀ ਹੈ, ਪਾਣੀ ਪੀਂਦਾ ਹੈ, ਭੁੱਖ ਲੱਗੀ ਹੈ, ਰੋਟੀ ਖਾਂਦਾ ਹੈ। ਪਰ ਅਫਸੋਸ ਦੀ ਗੱਲ ਹੈ, ਹੈਰਾਨਗੀ ਦੀ ਗੱਲ ਹੈ ਕਿ ਮਨੁੱਖ ਪੁੱਛਦਾ ਹੈ ਕਿ ਮੈਂ ਨਾਮ ਕਿਵੇਂ ਜਪਾਂ। ਹੱਦ ਹੋ ਗਈ। ਤਾਂ ਅਕਸਰ ਜਦੋਂ ਬਾਲਕ ਆਪਣੀ ਮਾਂ ਨੂੰ ਕਹਿ ਦਿੰਦਾ ਹੈ ਤੇਰਾ ਬਣਾਇਆ ਭੋਜਨ ਸਵਾਦਲਾ ਨਹੀਂ ਹੈ, ਤੇ ਮਾਂ ਕਹਿੰਦੀ ਹੈ ਪੁੱਤਰ ਲੱਗਦਾ ਹੈ ਤੂੰ ਬਾਹਰੋਂ ਖਾ ਕੇ ਆਇਆ ਜਾਂ ਤੈਨੂੰ ਭੁੱਖ ਨਹੀਂ ਹੈ। ਅੱਜ ਰੋਜ਼ ਮਾਂ ਦੇ ਹੱਥ ਦਾ ਬਣਾਇਆ ਭੋਜਨ ਖਾਂਦਾ ਹੈ, ਅੱਜ ਕਹਿੰਦਾ ਹੈ ਸਵਾਦ ਨਹੀਂ ਹੈ, ਅੱਜ ਕਹਿੰਦਾ ਹੈ ਭੁੱਖ ਨਹੀਂ ਹੈ, ਤੇ ਤੂੰ ਖਾ ਕੇ ਆਇਆ ਹੈ। ਤੇ ਇਸੇ ਤਰ੍ਹਾਂ ਜਦੋਂ ਨਾਮ ਦੀ ਭੁੱਖ ਹੋਵੇ ਤਾਂ ਯਕੀਨਨ ਮੰਨਣਾ ਅੰਦਰੋਂ ਰੋਮ ਰੋਮ ਚੋਂ ਨਿਕਲਦਾ ਹੈ ਵਾਹਿਗੁਰੂ 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 ਵਾਹਿਗੁਰੂ, ਕਿਉਂਕਿ ਭੁੱਖ ਲੱਗੀ ਹੋਈ ਹੈ। ਤਾਂ ਸਾਹਿਬ ਕਹਿੰਦੇ ਨੇ ਪੁਰਖਾ ਮਨ ਨਾਮ ਜਪ ਨਾਮ ਆਰਾਧ ਅੰਦਨ ਨਾਮ ਵਖਾਣੀ, ਉਪਦੇਸ਼ ਸੁਣ ਸੰਤਾਂ ਦਾ ਗੁਰਮੁਖਾਂ ਦਾ ਕਹਿੰਦੇ ਨੇ ਸਭ ਚੂਕੀ। ਜਮਾਂ ਦੀ ਜਿਹੜੀ ਮਾਰ ਹੁੰਦੀ ਹੈ, ਵਾਰ ਵਾਰ ਜੰਮਣਾ ਵਾਰ ਵਾਰ ਮਰਨਾ, ਜਮ ਜਮ ਮਰੇ ਮਰੇ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮੈ। ਜਨਮ ਲੈਣਾ ਮਰਨਾ ਫਿਰ ਜਨਮ ਲੈਣਾ ਫਿਰ ਮਰਨਾ, ਕਹਿੰਦੇ ਨੇ ਇਹ ਵਾਰ ਵਾਰ ਦਾ ਤੇਰਾ ਜਿਹੜਾ ਆਵਾਗਮਨ ਹੈ ਇਹ ਸਮਾਪਤ ਹੋਵੇਗਾ ਜਦੋਂ ਤੂੰ ਨਾਮ ਜਪ ਲਵੇਗਾ। ਇਸ ਤਰ੍ਹਾਂ ਗੁਰੂ ਸਾਹਿਬ ਜੀ ਬਖਸ਼ਿਸ਼ਾਂ ਕਰਦੇ ਹਨ ਜੀ। ਜਿਨ ਕੋ ਕਿਰਪਾਲ ਹੁਆ ਪ੍ਰਭ ਮੇਰਾ, ਸੇ ਲਾਗੇ ਗੁਰ ਕੀ ਬਾਣੀ। ਕਹਿੰਦੇ ਨੇ ਜਿਨ੍ਹਾਂ ਤੇ ਉਹਦੀ ਰਹਿਮਤ ਹੋਈ ਉਹ ਕਿਰਪਾਲੂ ਹੋਇਆ। ਜਿਨ ਕਉ ਕਿਰਪਾਲ ਹੁਆ ਮੇਰਾ, ਉਹ ਪ੍ਰਭੂ ਉਹ ਮੇਰਾ ਮਾਲਿਕ, ਉਹ ਫਿਰ ਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਂਦੇ ਨੇ ਜਿਨ੍ਹਾਂ ਤੇ ਮਿਹਰਬਾਨ ਹੋਇਆ। ਤੇ ਕਈ ਦਫਾ ਮੈਂ ਜ਼ਿਕਰ ਕਰਨਾ ਜੋ ਯਾਦ ਸ਼ਬਦ ਹੈ ਇਸ ਨੂੰ ਥੋੜ੍ਹਾ ਜਿਹਾ ਆਪਣੇ ਜ਼ਿਹਨ ਵਿੱਚ ਲੈ ਲੈਣਾ। ਇਸ ਅੱਖਰ ਨੂੰ, ਇਹ ਦੋ ਅੱਖਰ ਨੇ ਜਿਨ੍ਹਾਂ ਦਾ ਇੱਕ ਸ਼ਬਦ ਬਣਿਆ ਹੈ ਯਾਦ। ਜਦੋਂ ਵਾਰ-ਵਾਰ ਕਿਸੇ ਨੂੰ ਯਾਦ ਕਰੀਏ ਉਹਦੇ ਨਾਲ ਨਜ਼ਦੀਕੀ ਵੱਧਦੀ ਹੈ ਵੱਧਦੀ ਹੈ, ਔਰ ਜਦੋਂ ਕਿਸੇ ਨੂੰ ਭੁੱਲ ਜਾਈਏ ਤੇ ਉਹ ਸਾਡੇ ਤੋਂ ਦੂਰ ਹੋ ਜਾਂਦਾ ਹੈ। ਤੇ ਕਈ ਦਫਾ ਲੋਕ ਕਹਿ ਦਿੰਦੇ ਨੇ ਤੂੰ ਤਾਂ ਸਾਨੂੰ ਯਾਦ ਕਰਦਾ ਹੀ ਨਹੀਂ, ਨੇੜਤਾ ਖਤਮ ਹੋ ਗਈ। ਵਾਰ-ਵਾਰ ਜਦੋਂ ਅਸੀਂ ਯਾਦ ਕਰਦੇ ਹਾਂ, ਇਹ ਯਾਦ ਸ਼ਬਦ ਇਸ ਨੂੰ ਪੁੱਠਾ ਪੜ੍ਹ ਕੇ ਦੇਖੋ। ਮੈਂ ਫਿਰ ਅਰਜ਼ ਕਰਾਂ, ਜ਼ਿਹਨ ਦੇ ਵਿੱਚ ਇਹ ਸ਼ਬਦ ਲਿਆਓ ਯਾਦ। ਹੁਣ ਇਹ ਯਾਦ ਜਦੋਂ ਨਿਰੰਕਾਰ ਦੇ ਦਰ ਤੇ ਪਹੁੰਚਦੀ ਹੈ, ਰੋਜ਼ ਸਿਮਰਨ ਕਰਦੇ ਹਾਂ, ਰੋਜ਼ ਪਾਠ ਕਰਦੇ ਹਾਂ, ਇਹ ਯਾਦ ਜਦੋਂ ਨਿਰੰਕਾਰ ਦੇ ਚਰਨਾਂ ਤੇ ਪਹੁੰਚਦੀ ਹੈ, ਇਹ ਫਿਰ ਸ਼ਬਦ ਮੁੜ ਕੇ ਸਾਡੇ ਕੋਲ ਆਉਂਦਾ ਹੈ ਔਰ ਦਇਆ ਦਾ ਰੂਪ ਧਾਰਨ ਕਰਕੇ ਆਉਂਦਾ ਹੈ। ਕਿਉਂਕਿ ਯਾਦ ਨੂੰ ਜੇ ਪੁੱਠਾ ਪੜਾਂਗੇ ਤੇ ਬਣਦਾ ਹੈ ਦਇਆ। ਗੁਰੂ ਦੀ ਸ਼ਰਨ ਸਾਨੂੰ ਨਸੀਬ ਹੋ ਗਈ, ਉਹਦੀ ਰਹਿਮਤ ਸਾਡੇ ਤੇ ਹੋ ਗਈ। ਅਗਾਂਹ ਗੁਰੂ ਸਾਹਿਬ ਦੇ ਬੋਲ ਕੀ ਕਹਿੰਦੇ ਨੇ ਜੀ। ਕੀਮਤ ਕੌਣ ਕਰੈ ਪ੍ਰਭ ਤੇਰੀ, ਤੂੰ ਸਰਬ ਜੀਆਂ ਦਇਆਲਾ। ਸਾਹਿਬ ਕਹਿੰਦੇ ਨੇ ਕਿ ਤੂੰ ਸਾਰਿਆਂ ਤੇ ਰਹਿਮਤਾਂ ਕਰਦਾ ਹੈ, ਦਇਆਲ ਪੁਰਸ਼ ਹੈ, ਬਹੁਤ ਵੱਡਾ ਦਇਆਲੂ। ਕਿਤਨਾ ਵੱਡਾ ਦਇਆਲੂ ਕਿ ਮਨੁੱਖ ਸਾਰਾ ਜੀਵਨ ਗੁਨਾਹ ਕਰਦਾ ਹੈ, ਪਰ ਨਿਰੰਕਾਰ ਦੇ ਚਰਨਾਂ ਵਿੱਚ ਫਿਰ ਅਰਜ਼ ਕਰਦਾ ਹੈ ਤੇ ਗੁਸਤਾਖੀ ਮਾਫ ਇੱਕ ਵਾਰ ਵੀ ਨਹੀਂ ਪੁੱਛਦਾ ਕਿ ਤੂੰ ਗੁਨਾਹ ਕੀਤੇ ਨੇ। ਮੈਂ ਜੇਕਰ ਆਪ ਜੀ ਦਾ ਧਿਆਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲ ਲੈ ਜਾਵਾਂ ਤਾਂ ਬਹਾਦਰ ਸ਼ਾਹ ਕਹਿੰਦਾ ਹੈ ਭਾਈ ਨੰਦ ਲਾਲ ਨੂੰ ਕਿ ਪਿਤਾ ਦਾ ਰਾਜ ਮੈਨੂੰ ਕਿਸ ਤਰ੍ਹਾਂ ਹਾਸਲ ਹੋ ਸਕਦਾ ਹੈ। ਭਾਈ ਨੰਦ ਲਾਲ ਜੀ ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਚਲੋ। ਤੇ ਕਹਿੰਦੇ ਨੇ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਜਾ ਕੇ ਅਰਜ਼ ਕਰਦੇ ਨੇ ਕਿ ਮੈਨੂੰ ਪਿਤਾ ਦਾ ਰਾਜ ਚਾਹੀਦਾ ਹੈ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਚੰਗਾ ਠੀਕ, ਤੇਰੀ ਅਸੀਂ ਮਦਦ ਕਰਾਂਗੇ। ਤੇ ਬਹਾਦਰ ਸ਼ਾਹ ਫਿਰ ਕਹਿੰਦਾ ਹੈ ਭਾਈ ਨੰਦ ਲਾਲ ਨੂੰ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਿਤਾ ਨੂੰ ਮੇਰੇ ਪਿਤਾ ਨੇ ਸ਼ਹੀਦ ਕਰਾਇਆ, ਬੱਚਿਆਂ ਨੂੰ ਸ਼ਹੀਦ ਕਰਾਇਆ, ਆਨੰਦ ਸੇਵਕ ਸਿੰਘ ਸ਼ਹੀਦ ਹੋਏ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਵਾਰ ਵੀ ਮੈਨੂੰ ਇਹ ਨਹੀਂ ਕਿਹਾ ਕਿ ਤੇਰੇ ਪਿਤਾ ਨੇ ਇਤਨੇ ਗੁਨਾਹ ਕੀਤੇ ਨੇ ਤੇ ਅਸੀਂ ਤੇਰੀ ਮਦਦ ਨਹੀਂ ਕਰਾਂਗੇ। ਇੱਕ ਵਾਰ ਵੀ ਨਹੀਂ ਕਿਹਾ।
ਭਾਈ ਨੰਦ ਲਾਲ ਕਹਿਣ ਲੱਗੇ ਕਿ ਉਹ ਸਰਬ ਜੀਆਂ ਦਇਆਲਾ, ਉਹ ਸਾਰਿਆਂ ਤੇ ਰਹਿਮਤਾਂ ਕਰਦੇ ਨੇ, ਉਹ ਦਿਆਲ ਪੁਰਸ਼ ਨੇ। ਤੇ ਅਗਾਂਹ ਦੇ ਬੋਲ ਕੀ ਕਹਿੰਦੇ ਨੇ? ਸਭ ਕਿਛ ਕੀਤਾ ਤੇਰਾ ਵਰਤੈ, ਕਿਆ ਹਮ ਬਾਲ ਗੋਪਾਲਾ। ਕਹਿਣ ਲੱਗੇ ਇਤਨੀ ਅਰਜ਼ ਕਰਿਆ ਕਰ, ਐ ਪ੍ਰਭੂ ਮੈਂ ਛੋਟਾ ਜਿਹਾ ਬੱਚਾ, ਬਾਲ ਗੋਪਾਲਾ। ਇਸ ਤੋਂ ਭਾਵ ਹੈ ਇਆਣਾ, ਮੈਨੂੰ ਕੁਝ ਨਹੀਂ ਆਂਦਾ, ਮੈਨੂੰ ਕੁਝ ਨਹੀਂ ਆਂਦਾ। ਕਹਿੰਦੇ ਨੇ ਜਿਹੜਾ ਮਨੁੱਖ ਕਹਿੰਦਾ ਮੈਨੂੰ ਕੁਝ ਵੀ ਨਹੀਂ ਆਂਦਾ, ਕਹਿੰਦੇ ਨੇ ਬਸ ਮੰਜ਼ਿਲੇ ਮਕਸੂਦ ਤੇ ਉਹੀ ਪਹੁੰਚਦਾ ਹੈ। ਸੁਕਰਾਤ ਕਹਿੰਦਾ ਸੀ ਕਿ ਜਦੋਂ ਮੈਂ ਬੱਚਿਆਂ ਦੀ ਮਹਿਫਿਲ ਵਿੱਚ ਬੈਠਦਾ ਸੀ, ਮੈਂ ਕਹਿੰਦਾ ਸੀ ਮੈਨੂੰ ਸਭ ਕੁਝ ਆਂਦਾ ਹੈ, ਸਭ ਕੁਝ ਆਂਦਾ ਹੈ। ਮੈਂ ਜਵਾਨਾਂ ਦੀ ਮਹਿਫਿਲ ਵਿੱਚ ਬੈਠਣਾ ਸ਼ੁਰੂ ਕੀਤਾ, ਮੈਂ ਕਿਹਾ ਐਸਾ ਕੁਝ ਹੈ ਜੋ ਹਾਲੇ ਮੇਰੇ ਪਕੜ ਵਿੱਚ ਨਹੀਂ ਆਇਆ ਹੈ, ਨਹੀਂ ਆਇਆ ਹੈ। ਫਿਰ ਮੈਂ ਬਜ਼ੁਰਗਾਂ ਦੀ ਸੰਗਤ ਵਿੱਚ ਬੈਠਾ ਤਾਂ ਮੈਂ ਫਿਰ ਐਲਾਨਿਆ, ਮੈਂ ਗੱਲ ਕਹਿ ਦਿੱਤੀ, ਮੈਨੂੰ ਕੁਛ ਵੀ ਨਹੀਂ ਆਂਦਾ, ਕੁਛ ਵੀ ਨਹੀਂ ਆਂਦਾ। ਜਾਨਾ ਤਾਂ ਇਤਨਾ ਜਾਨਾ ਕਿ ਕੁਛ ਵੀ ਨਹੀਂ ਜਾਣਦੇ, ਕੁਛ ਵੀ ਨਹੀਂ ਜਾਣਦੇ। ਕਹਿੰਦੇ ਨੇ ਜੇ ਮਨੁੱਖ ਦੀ ਫਿਤਰਤ ਇਸ ਤਰ੍ਹਾਂ ਦੀ ਹੋ ਜਾਵੇ, ਐ ਪ੍ਰਭੂ ਅਸੀਂ ਤੇਰੇ ਛੋਟੇ ਜਿਹੇ ਬੱਚੇ ਹਾਂ, ਤੇ ਫਿਰ ਕੀ ਕੁਝ ਪ੍ਰਾਪਤ ਹੁੰਦਾ ਹੈ। ਸਾਹਿਬ ਜੀ ਬਾਣੀ ਦੇ ਵਿੱਚ ਬਖਸ਼ਿਸ਼ਾਂ ਕਰਦੇ ਹਨ ਜੀ। ਰਾਖ ਲੇਹੋ ਨਾਨਕ ਜਨ ਤੁਮਰਾ, ਜਿਉ ਪਿਤਾ ਪੂਤ ਕਿਰਪਾਲਾ। ਸਾਹਿਬ ਕਹਿੰਦੇ ਨੇ ਇੱਕ ਬਹੁਤ ਵੱਡਾ ਰਿਸ਼ਤਾ ਹੈ ਪਿਤਾ ਦਾ ਤੇ ਪੁੱਤਰ ਦਾ। ਪੁੱਤਰ ਨੇ ਕਿਤਨੇ ਵੀ ਗੁਨਾਹ ਕੀਤੇ ਹੋਣ, ਪਰ ਜਦੋਂ ਉਹ ਆਪਣੇ ਪਿਤਾ ਨੂੰ ਕਹਿੰਦਾ ਹੈ ਐ ਗੁਰਦੇਵ ਪਿਤਾ ਮੈਂ ਵਾਪਸ ਆਉਣਾ ਚਾਹੁੰਦਾ ਘਰ, ਤਾਂ ਪਿਤਾ ਕੀ ਕਹਿੰਦਾ ਹੈ? ਇੱਕ ਛੋਟੀ ਜਿਹੀ ਗੱਲ ਕਹਿ ਕੇ ਕਥਾ ਦੀ ਸਮਾਪਤੀ ਵੱਲ ਆਉਂਦੇ ਹਾਂ। ਪੁੱਤਰ ਵਿਗੜਿਆ ਹੋਇਆ ਕਿਸੇ ਮੁਲਕ ਵਿੱਚ ਜਾਂਦਾ ਹੈ, ਔਰ ਜਦੋਂ ਬਹੁਤ ਦੁਖੀ ਹੁੰਦਾ ਹੈ ਤੇ ਆਪਣੇ ਪਿਤਾ ਨੂੰ ਚਿੱਠੀ ਲਿਖਦਾ ਹੈ, ਐ ਗੁਰਦੇਵ ਪਿਤਾ ਮੈਂ ਘਰ ਆਉਣਾ ਚਾਹੁੰਦਾ, ਕਿ ਆਪ ਜੀ ਮੈਨੂੰ ਪ੍ਰਵਾਨ ਕਰੋਗੇ, ਕਬੂਲ ਕਰੋਗੇ? ਜੇ ਹਾਂ, ਜੇ ਆਪ ਜੀ ਦੀ ਸਹਿਮਤੀ ਹੋਵੇ ਤਾਂ ਆਪ ਜੀ ਇੱਕ ਕੰਮ ਕਰਨਾ, ਮੈਂ ਜਿਸ ਰੇਲ ਗੱਡੀ ਵਿੱਚ ਬੈਠ ਕੇ ਆਵਾਂਗਾ ਔਰ ਆਪਣੇ ਸ਼ਹਿਰ ਦਾ ਜਿਹੜਾ ਰੇਲਵੇ ਸਟੇਸ਼ਨ ਹੈ ਇੱਥੇ ਕੱਪੜਾ ਬੰਨ੍ਹ ਦੇਣਾ ਸਫੇਦ, ਤਾਂ ਮੈਂ ਸਮਝ ਜਾਵਾਂਗਾ ਕਿ ਗੁਰਦੇਵ ਪਿਤਾ ਦੀ ਸਹਿਮਤੀ ਹੈ। ਜੇ ਨਹੀਂ ਤਾਂ ਫਿਰ ਮੈਂ ਨਿਕਲ ਜਾਵਾਂਗਾ। ਪਿਤਾ ਕੀ ਕਰਦਾ ਹੈ? ਸਾਰਾ ਪਲੇਟਫਾਰਮ ਹੀ ਵਾਈਟ ਕਰ ਦਿੰਦਾ ਹੈ, ਸਾਰਾ ਪਲੇਟਫਾਰਮ। ਔਰ ਇਸ ਕਰਕੇ ਕਿ ਕਿਧਰੇ ਮੇਰੇ ਉਸ ਪੁੱਤਰ ਨੂੰ ਉਹ ਛੋਟਾ ਜਿਹਾ ਕੱਪੜਾ ਨਾ ਦਿਸੇ ਔਰ ਕਿਧਰੇ ਨਿਕਲ ਨਾ ਜਾਏ, ਤੇ ਮੇਰੇ ਪੁੱਤਰ ਨੂੰ ਦੂਰੋਂ ਹੀ ਪਤਾ ਲੱਗੇ ਕਿ ਮੇਰੇ ਪਿਤਾ ਦੀ ਸਹਿਮਤੀ ਹੈ। ਤੇ ਉਸੇ ਤਰ੍ਹਾਂ ਮੈਂ ਅਰਜ਼ ਕਰਾਂ, ਆਪ ਜੀ ਗੁਰੂ ਦੇ ਕੋਲ ਆ ਗਏ, ਗੁਰੂ ਦੀ ਸਹਿਮਤੀ ਹੈ, ਆਪ ਜੀ ਦੇ ਸਾਰੇ ਗੁਨਾਹ ਬਖਸ਼ੇ ਗਏ। ਆਓ ਕਰੋ ਕਿਰਪਾ, ਅਖੀਰ ਵਿੱਚ ਪੰਕਤੀਆਂ ਪੜ੍ਹ ਕੇ ਤੇ ਕਥਾ ਦੀ ਸਮਾਪਤੀ ਕਰੀਏ ਜੀ। ਸਭ ਕਿਛ ਕੀਤਾ ਤੇਰਾ ਵਰਤੈ, ਕਿਆ ਹਮ ਬਾਲ ਗੋਪਾਲਾ। ਰਾਖ ਲੇਹੋ ਨਾਨਕ ਜਨ ਤੁਮਰਾ, ਜਿਉ ਪਿਤਾ ਪੂਤ ਕਿਰਪਾਲਾ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਦਾ ਵੀ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।